ਹੈਲੋ ਗੁੱਡ ਮਾਰਨਿੰਗ। ਹਾਂਜੀ ਸਟੂਡੈਂਟਸ, ਤੇ ਅੱਜ ਆਪਾਂ ਡੈਰੀਵੇਟਿਵ ਦੀ ਇਹ ਥਰਡ ਵੀਡੀਓ ਸਾਡੇ ਕੋਲ, ਤੇ ਇਹਦੇ 'ਚ ਅਸੀਂ ਇੰਪਲੀਸਿਟ ਫੰਕਸ਼ਨਸ ਦੇ ਡੈਰੀਵੇਟਿਵ ਜਿਹੜੇ ਉਹ ਕਰਾਂਗੇ। ਇੰਪਲੀਸਿਟ ਫੰਕਸ਼ਨ ਉਹ ਸਾਡੇ ਕੋਲ ਹੁੰਦੇ ਨੇ ਜਿਹਦੇ 'ਚ y ਜਿਹੜਾ ਉਹ ਸਿੱਧਾ ਸਿੱਧਾ ਇਨ ਟਰਮਸ ਆਫ x ਨਹੀਂ ਦਿੱਤਾ ਹੁੰਦਾ। ਜਿਵੇਂ ਬਹੁਤ ਸਾਰੇ ਕੁਐਸਚਨਸ ਆਪਾਂ ਪਹਿਲਾਂ ਕਰਦੇ ਹਾਂ ਨਾ, y ਇਕੁਅਲਸ ਟੂ ਅੱਗੇ ਕੋਈ ਨਾ ਕੋਈ ਫੰਕਸ਼ਨ ਜਿਹੜਾ ਤੁਹਾਡੇ ਕੋਲ ਲਿਖਿਆ ਹੋਏਗਾ, ਤਾਂ y ਇੱਕਦਮ ਜਿਹੜਾ y ਦੀ ਵੈਲਿਊ ਨਹੀਂ ਕੁਐਸਚਨ ਦੇ ਵਿੱਚ ਤੁਹਾਨੂੰ ਦਿੱਤੀ ਹੋਏਗੀ, ਬਟ y ਤੇ x ਦੋਨਾਂ ਦੇ ਵਿੱਚ ਹੀ ਸਾਡੇ ਕੋਲ ਕੋਈ ਨਾ ਕੋਈ ਇਕੁਏਸ਼ਨ ਜਿਹੜੀ ਉਹ ਹੋਏਗੀ। ਉਹਦੇ ਵਿੱਚੋਂ ਅਸੀਂ dy/dx ਕਿਵੇਂ ਕਰਨਾ ਹੈ ਉਹ ਆਪਾਂ ਦੇਖਦੇ ਹਾਂ। ਠੀਕ ਹੈ, ਹਾਂਜੀ ਐਕਸਰਸਾਈਜ਼ 3 ਜਿਹੜੀ ਸਾਡੇ ਕੋਲ ਹੈ ਚੈਪਟਰ ਦੀ, ਇਹਦੇ 'ਚ ਫਾਈਂਡ dy/dx ਇਨ ਦਾ ਫੋਲੋਇੰਗ ਦੇਖ ਸਕਦੇ ਹੋ। ਤੇ ਫਸਟ ਜਿਹੜਾ ਕੁਐਸਚਨ ਹੈ 2x + 3y = sin x। ਠੀਕ ਹੈ, ਸੈਕੰਡ ਕੁਐਸਚਨ ਜਿਹੜਾ ਹੈ 2x + 3y = sin y। ਹੁਣ ਜਿੱਦਾਂ ਸੈਕੰਡ ਕੁਐਸਚਨ ਹੈ, ਸੈਕੰਡ ਕੁਐਸਚਨ ਦੇ ਵਿੱਚ ਅਗਰ ਧਿਆਨ ਦੇ ਨਾਲ ਦੇਖੋ, ਇਹਦੇ 'ਚ y ਦੀ ਸਿੱਧੀ ਸਿੱਧੀ ਵੈਲਿਊ ਜਿਹੜੀ ਹੈ ਉਹ ਫਾਈਂਡ ਕਰਨੀ ਮੁਸ਼ਕਿਲ ਹੈ ਨਾ, ਕਿਉਂਕਿ 3 ਦੇ ਨਾਲ ਵੀ y ਹੈ, sin ਦੇ ਨਾਲ ਵੀ sin ਵੀ ਜਿਹੜਾ sin y ਵੀ ਹੈ ਨਾਲ ਸਾਡੇ ਕੋਲ। ਐਦਾਂ ਨਹੀਂ ਹੈ ਕਿ ਅਸੀਂ y ਨੂੰ ਕਾਮਨ ਕੱਢ ਕੇ ਉਹਦੀ ਵੈਲਿਊ ਫਾਈਂਡ ਕਰ ਲਾਂਗੇ ਇਹਦੇ 'ਚੋਂ। ਫਸਟ ਦੇ ਵਿੱਚ ਫਿਰ ਵੀ ਇਹਦੇ ਕੀਤਾ ਜਾ ਸਕਦਾ ਹੈ। ਫਸਟ ਕੁਐਸਚਨ ਦੇ ਵਿੱਚ ਇਹਦੇ 'ਚੋਂ ਅਸੀਂ y ਦੀ ਵੈਲਿਊ ਜਿਹੜੀ ਆ ਉਹ ਇਨ ਟਰਮਸ ਆਫ x ਕੈਲਕੂਲੇਟ ਕਰ ਸਕਦੇ ਹਾਂ। ਠੀਕ ਹੈ, ਤਾਂ ਜਿਹਦੇ 'ਚ y ਦੀ ਵੈਲਿਊ ਸਿੱਧੀ ਸਿੱਧੀ ਆਪਾਂ ਦੇਖ ਸਕਦੇ ਹਾਂ ਉਹ ਸਾਡੇ ਕੋਲ ਐਕਸਪਲੀਸਿਟ ਫੰਕਸ਼ਨ ਹੁੰਦਾ ਹੈ, ਔਰ ਦੂਸਰੇ ਸਾਡੇ ਕੋਲ ਜਿਹੜੇ ਇੰਪਲੀਸਿਟ ਫੰਕਸ਼ਨਸ ਹੁੰਦੇ ਜਿਹਦੇ 'ਚ y ਦੀ ਸਿੱਧੀ ਸਿੱਧੀ ਵੈਲਿਊ ਆਪਾਂ ਨਹੀਂ ਕੈਲਕੂਲੇਟ ਕਰ ਸਕਦੇ। y ਇਕੁਅਲਸ ਟੂ ਸਮਥਿੰਗ ਮਤਲਬ ਸਾਰਾ ਫੰਕਸ਼ਨ ਅੱਗੇ x ਦੇ ਵਿੱਚ ਆਪਾਂ ਨਹੀਂ ਲਿਖ ਸਕਦੇ। ਚਲੋ ਆਪਾਂ ਦੇਖਦੇ ਹਾਂ ਇਹਦੇ ਵਿੱਚ ਆਪਾਂ dy/dx ਕਿਵੇਂ ਕੈਲਕੂਲੇਟ ਕਰਨਾ। ਠੀਕ ਹੈ, ਟੋਟਲ ਸਾਡੇ ਕੋਲ ਇਹਦੇ 'ਚ 8 ਕੁਐਸਚਨ ਜਿਹੜੇ ਦਿੱਤੇ ਹੋਏ ਆ। ਇਸ ਤੋਂ ਬਾਅਦ ਜਿਹੜੇ ਉਹ ਟ੍ਰਿਗਨੋਮੈਟਿਕ ਫੰਕਸ਼ਨਸ, ਇਨਵਰਸ ਟ੍ਰਿਗਨੋਮੈਟਿਕ ਫੰਕਸ਼ਨਸ ਦੇ ਡੈਰੀਵੇਟਿਵ ਹੈ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਅੱਜ ਆਪਾਂ ਪਹਿਲੇ 8 ਕੁਐਸਚਨਸ ਦੇ ਵਿੱਚੋਂ ਦੇਖਦੇ ਹਾਂ ਕੁਝ ਕੁਐਸਚਨ ਜਿਹੜੇ ਉਹ ਤੁਹਾਡੇ ਨਾਲ ਡਿਸਕਸ ਕਰਦਾ ਮੈਂ। ਠੀਕ ਹੈ, तो सब तो पहला क्वेश्चन ਤੁਸੀਂ ਦੇਖ ਸਕਦੇ ਹੋ 2x + 3y = sin x। ਇਸੇ ਦਾ ਪਹਿਲਾਂ ਆਪਾਂ ਡੈਰੀਵੇਟਿਵ ਇਹਦੇ ਚੋਂ ਅਸੀਂ dy/dx ਜਿਹੜਾ ਉਹ ਕੈਲਕੂਲੇਟ ਕਰਦੇ ਹਾਂ। ਠੀਕ ਹੈ, ਹਾਂਜੀ ਤੇ ਫਰਸਟ ਕੁਐਸਚਨ ਸਾਡੇ ਕੋਲ ਹੈਗਾ 2x + 3y = sin x। ਠੀਕ ਹੈ, ਇਹਦੇ ਵਿੱਚ ਆਪਾਂ dy/dx ਦੀ ਵੈਲਿਊ ਫਾਈਂਡ ਕਰਨੀ ਹੈ, ਤਾਂ ਸਿੰਪਲੀ ਉਸੇ ਢੰਗ ਦੇ ਨਾਲ ਆਪਾਂ ਕਰਾਂਗੇ। ਸਾਡੇ ਕੋਲ ਸਮਝ ਲਓ ਸੋਲੂਸ਼ਨ ਹੀ ਹੈ ਸਟਾਰਟ। ਚਲੋ ਨੈਕਸਟ ਲਿਖ ਲੈਂਦੇ ਆਪਾਂ ਸੋਲੂਸ਼ਨ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਜੋ ਵੀ ਸਾਨੂੰ ਫੰਕਸ਼ਨ ਦਿੱਤਾ ਹੋਇਆ, ਵੀ ਹੈਵ 2x + 3y = sin x। तो डिफरेंशिएटिंग विद रिस्पेक्ट टू x। ठीक है, तो 2x का जो डेरीवेटिव है वो साडे कोल की आएगा, 2x का डेरीवेटिव साडे कोल 2 आएगा। 3 कांस्टेंट है तो y का डेरीवेटिव नाल साडे कोल dy/dx हो जाएगा। दूसरी साइड sin x का डेरीवेटिव अपने कोल की हो जाएगा cos x आ जाएगा। ठीक है, ये चो dy/dx की वैल्यू आप कैलकुलेट कर लांगे, तो ये बनेगा 3 dy/dx = cos x -2। ठीक, और उस तो बाद नैक्सट स्टैप ਦੇ ਵਿੱਚ dy/dx ਸਾਡੇ ਕੋਲ ਕੀ ਆ ਜਾਏਗਾ 1/3 cos x -2। ठीक, तो ਇਹ ਸਾਡੇ ਕੋਲ ਫਸਟ ਕੁਐਸਚਨ ਦਾ ਆਨਸਰ ਬਣ ਜਾਂਦਾ ਹੈ। ਇਸੇ ਤਰ੍ਹਾਂ ਹੁਣ ਸੈਕੰਡ ਕੁਐਸਚਨ ਜਿਹੜਾ ਸਾਡੇ ਕੋਲ ਹੈ ਉਹ ਹੈ 2x + 3y, और दूसरी साइड भी ਸਾਡੇ ਕੋਲ ਜਿਹੜਾ ਉਹ sin y ਹੈ। ਇਹਨੂੰ ਅਸੀਂ ਕਿਵੇਂ ਕਰਨਾ ਹੈ ਉਹ ਦੇਖਦੇ ਹਾਂ। ਸਭ ਤੋਂ ਪਹਿਲਾਂ ਗਿਵਨ ਸਾਡੇ ਕੋਲ ਜੋ ਵੀ ਫੰਕਸ਼ਨ ਹੈ ਉਹ ਅਸੀਂ ਲਿਖ ਲੈਂਦੇ ਹਾਂ 2x + 3y = sin y। differentiating both sides with respect to x, 2x का डेरिवेटिव ਸਾਡੇ ਕੋਲ 2 बनेगा, और 3 कांस्टेंट है तो y का डेरिवेटिव नाल आ जाएगा dy/dx। x का कोएफिशिएंट ਸਾਡੇ ਕੋਲ 1 ਹੁੰਦਾ ਹੈ। ठीक है ना, ਇਸ ਕਰਕੇ ਇੱਥੇ ਆਪਾਂ ਲਿਖ ਵੀ ਸਕਦੇ ਹਾਂ 1। दूसरी साइड साइन ਦਾ ਹੁਣ ਇੱਥੇ ਸਾਡੇ ਕੋਲ ਪਹਿਲਾਂ sin ਹੈ ਫਿਰ ਸਾਡੇ ਕੋਲ y ਹੈ। ਇਸ ਕੇਸ ਵੀ ਆਪਾਂ ਅਗਰ ਗੱਲ ਕਰੀਏ ਤਾਂ ਪਹਿਲਾਂ ਅਸੀਂ sin ਦਾ ਡੈਰੀਵੇਟਿਵ ਕਰਦੇ ਹਾਂ ਉਹ ਸਾਡੇ ਕੋਲ cos ਆਉਂਦਾ ਹੈ। ਠੀਕ ਹੈ, ਉਸ ਤੋਂ ਬਾਅਦ x ਦਾ ਡੈਰੀਵੇਟਿਵ ਕਰਦੇ ਹਾਂ ਉਹ ਸਾਡੇ ਕੋਲ 1 ਆਉਂਦਾ। ਮਤਲਬ ਜੋ ਵੀ ਸਾਡੇ ਕੋਲ ਆਰਗੂਮੈਂਟ ਦੇ ਵਿੱਚ ਅਗਰ x ਹੈ ਤਾਂ ਉਹਦਾ ਡੈਰੀਵੇਟਿਵ ਅਸੀਂ 1 ਨਾਲ ਮਲਟੀਪਲਾਈ ਕਰਦੇ ਹਾਂ, ਲਿਖਦੇ ਨਹੀਂ, ਉਹ ਅਲੱਗ ਗੱਲ ਹੈ। तो इसी ढंग ਦੇ ਨਾਲ ਇਹ sin y ਹੈ ਸਾਡੇ ਕੋਲ, तो sin ਦਾ ਡੈਰੀਵੇਟਿਵ ਪਹਿਲਾਂ ਹੋਏਗਾ ਸਾਡੇ ਕੋਲ cos y ਹੋ ਜਾਏਗਾ, और ਇਸ ਤੋਂ ਬਾਅਦ y ਦਾ ਡੈਰੀਵੇਟਿਵ ਉਹ ਸਾਡੇ ਕੋਲ ਆਏਗਾ dy/dx। ਠੀਕ ਹੈ, तो ਇਹ ਸਟੈਪ ਦੇ ਵਿੱਚ ਸਾਡੇ ਕੋਲ dy/dx ਜਿਹੜਾ ਉਹ ਦੋ ਜਗ੍ਹਾ ਆ ਗਿਆ, तो ਇਹਨੂੰ ਅਸੀਂ ਪਹਿਲਾਂ ਕਾਮਨ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਇਹਦੇ ਚੋਂ ਅਸੀਂ dy/dx ਦੀ ਵੈਲਿਊ ਜਿਹੜੀ ਉਹ ਆਪਾਂ ਹੁਣ ਕੈਲਕੂਲੇਟ ਕਰਨੀ ਹੈ। तो 3 dy/dx minus cos y
dy/dx और ये जो 2 है ਇਹਨੂੰ ਅਸੀਂ ਦੂਸਰੀ ਸਾਈਡ ਸ਼ਿਫਟ ਕਰ ਦਿੰਦੇ ਹਾਂ -2 ਹੋ ਜਾਏਗਾ ਇਹਦੇ ਚੋਂ dy/dx ਆਪਾਂ ਕਾਮਨ ਲੈ ਲਾਂਗੇ dy/dx ਇਹ ਬਣੇਗਾ 3 - cos y equals to -2 तो ਹੁਣ ਇਹਦੇ ਚੋਂ ਆਪਾਂ dy/dx ਜਿਹੜਾ ਉਹ ਕੈਲਕੂਲੇਟ ਕਰ ਲੈਣਾ ਇਹ ਸਾਡੇ ਕੋਲ ਆਏਗਾ -2/3 - cos y ठीक तो ये साढ़े कोल इस फंक्शन का डेरिवेटिव हो गया dy/dx की वैल्यू ਆਪਾਂ कैलकुलेट कर लिए इहदे ठीक बहुत ईजी क्वेश्चन है ਇਹਦੇ ਚੋਂ ਆਪਾਂ ਮਾਈਨਸ ਦਾ ਸਾਈਨ ਅਗਰ ਹਟਾਣਾ ਹੋਵੇ ਤਾਂ ਇਹਦੇ ਚ ਨੀਚੇ cos y -3 ਵੀ ਕੀਤਾ ਜਾ ਸਕਦਾ ਹੈ ਠੀਕ ਹੈ 네ਗੇਟਿਵ ਸਾਈਨ ਦੇ ਨਾਲ -1 ਦੇ ਨਾਲ ਨਿਊਮਰੇਟਰ ਔਰ ਡਿਨੋਮੀਨੇਟਰ ਦੋਨਾਂ ਨੂੰ ਅਸੀਂ ਮਲਟੀਪਲਾਈ ਵੀ ਕਰ ਸਕਦੇ ਹਾਂ इस तो बाद थर्ड क्वेश्चन जड़ा वो तुसी अपने आप ट्राई करियो ठीक है फोर्थ मैं करवा देना इस तो बाद फोर्थ क्वेश्चन की स्टेटमेंट साढ़े कोल है xy प्लस y² इक्वल्स टू tan x प्लस y ठीक है ये भी आप dy/dx कैलकुलेट करना है तो सोल्यूशन गिवन है जो साढ़े कोल पहला उसी फंक्शन लिख लांगे xy प्लस y² इक्वल्स टू tan x प्लस y ठीक है डिफरेंशिएटिंग विद रिस्पेक्ट टू x ਜਿਹੜਾ फर्स्ट फंक्शन है साढ़े कोल फर्स्ट टर्म है x ते y ਦਾ प्रोडक्ट है इत्थे साढ़े कोल प्रोडक्ट रूल लगेगा मतलब x एज इट इज नाल y ਦਾ डेरिवेटिव dy/dx आ जाएगा फिर प्लस y एज इट इज नाल x का डेरिवेटिव 1 आ जाएगा ठीक है सैकेंड जी टर्म है ये पावर रूल लगेगा y² है तो ये 2y हो जाएगा ठीक 2y बट नाल साडे कोल y का डेरिवेटिव dy/dx भी आएगा ठीक है इसी तरह दूसरी साइड जो tan x है साडे कोल tan x का डेरिवेटिव साडे कोल हो जाएगा sec² x और नाल dy/dx y का डेरिवेटिव आ जाएगा ठीक है तो तीन टर्म साडे कोल हो गई हैं जिहदे च dy/dx है तो ये सारिया टर्म्स ਨੂੰ ਆਪਾਂ ਲੈਫਟ ਹੈਂਡ ਸਾਈਡ ਤੇ ਲੈ ਕੇ ਜਾਵਾਂਗੇ ਕਾਮਨ ਕਰਾਂਗੇ dy/dx ਫਿਰ ਉਹਦੀ ਵੈਲਿਊ ਕੈਲਕੂਲੇਟ ਕਰ ਲਾਂਗੇ ਠੀਕ ਹੈ तो ਲੈਫਟ ਹੈਂਡ ਸਾਈਡ ਤੇ ਸਾਡੇ ਕੋਲ ਆ ਜਾਏਗਾ x + 2y - 1 ਠੀਕ ਹੈ ਜਦੋਂ dy/dx ਵਾਲੀਆਂ ਸਾਰੀਆਂ ਟਰਮਸ ਲੈਫਟ ਸਾਈਡ ਤੇ ਲੈ ਕੇ ਜਾਓਗੇ ਉਹਦੇ ਚੋਂ dy/dx ਕਾਮਨ ਲੈ ਲਓਗੇ ਤਾਂ ਇਹ ਤੁਹਾਡੇ ਕੋਲ ਲੈਫਟ ਹੈਂਡ ਸਾਈਡ ਬਣ ਜਾਏਗੀ और ਰਾਈਟ ਹੈਂਡ ਸਾਈਡ ਤੇ sec² x - y ਬਣ ਜਾਏਗਾ ਠੀਕ तो ਇਹਦੇ ਚੋਂ dy/dx ਦੀ ਵੈਲਿਊ ਆਪਾਂ ਕੈਲਕੂਲੇਟ ਕਰ ਲਾਂਗੇ dy/dx equals to sec² x minus y over x plus 2y minus 1 ठीक तो ये साडे कोल इस क्वेश्चन का आंसर बन जाता है ठीक है बहुत ईजी ने क्वेश्चन बड़े आराम दे नाल तुसी कर सकते हो कैलकुलस ਦੇ ਵਿੱਚ ਕੁਐਸਚਨਸ ਬਹੁਤ ਹੁੰਦੇ ਆ ਸਾਡੇ ਕੋਲ ਕਰਨ ਦੇ ਵਿੱਚ ਮਜ਼ਾ ਬੜਾ ਆਉਂਦਾ ਹੈ ਠੀਕ ਹੈ ਇਹਨੂੰ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਹੈਬਿਟ ਹੋਏਗੀ ਤੁਹਾਡੀ ਪ੍ਰੈਕਟਿਸ ਕਰਨ ਦੀ ਤਾਂ ਯੂ ਵਿਲ ਇੰਜੋਏ ਇਸ ਤੋਂ ਬਾਅਦ ਫਿਫਥ ਕੁਐਸਚਨ ਮੈਂ ਤੁਹਾਡੇ ਲਈ ਛੱਡਦਾ ਹਾਂ ਤੁਸੀਂ ਆਪਣੇ ਆਪ ਕਰ ਲੈਣਾ ਠੀਕ ਹੈ ਵੈਸੇ ਤੇ ਬਹੁਤ ਸਾਰੇ ਕੁਐਸਚਨਸ ਇਹਦੀ ਜਿੰਨੀ ਪ੍ਰੈਕਟਿਸ ਕਰੋਗੇ ਉਨੀ ਜ਼ਿਆਦਾ ਘੱਟ ਹੈ ਠੀਕ ਹੈ ਪ੍ਰੈਕਟਿਸ ਇੰਨੀ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਇਹ ਸੋਚਣਾ ਨਾ ਪਵੇ ਕਿ tan ਦਾ ਡੈਰੀਵੇਟਿਵ ਕੀ ਹੈ secant ਦਾ ਡੈਰੀਵੇਟਿਵ ਕੀ ਹੈ ਠੀਕ ਹੈ ਉਹ ਰਿਫਲੈਕਸ ਐਕਸ਼ਨ ਹੋਣਾ ਚਾਹੀਦਾ ਇੱਕਦਮ ਦੇਖਦੇ ਬਸ ਨਾਲ ਹੀ ਸੋਲੂਸ਼ਨ ਤੁਹਾਡੇ ਦਿਮਾਗ 'ਚ ਹੋਣਾ ਚਾਹੀਦਾ तो फिफ्थ सिक्स्थ ये भी तुसी ऐसे ही वे दे विच कर सकते हो 6 भी हो जाएगा सेवंथ जड़ा वो मैं कर देना सैवंथ क्वेश्चन दे विच आपां देखदे हां पहला स्टेटमेंट साडे कोल की है गिवन की आपां नूं ये है sin² y sin² y plus cos xy equals to pi ਇਹਦੇ ਚ ਅਸੀਂ dy/dx ਜਿਹੜਾ ਉਹ ਕੈਲਕੂਲੇਟ ਕਰਨਾ ਹੈ ਠੀਕ ਹੈ ਜੀ तो डिफरेंशिएटिंग विद रिस्पेक्ट टू x सब तो पहला sin² y तो ये साडे कोल पहला स्क्वायर फंक्शन है पहला पावर रूल लगेगा ਇਹਦੇ ਤੇ 2 sin y हो जाएगा 2 sin y दूजा स्टेप
ਹੁਣ ਜਿਹੜਾ sin y ਉਹਦਾ ਡੈਰੀਵੇਟਿਵ ਆਏਗਾ ਸਾਡੇ ਕੋਲ, ਉਹ ਸਾਡੇ ਕੋਲ ਬਣ ਜਾਏਗਾ cos y। ਤੀਸਰਾ ਸਟੈਪ, ਥਰਡ ਸਟੈਪ ਇਹਦੇ 'ਚ ਕੀ y ਦਾ ਡੈਰੀਵੇਟਿਵ dy/dx ਨਾਲ ਮਲਟੀਪਲਾਈ ਹੋਏਗਾ। ਠੀਕ ਹੈ, ਖਿਆਲ ਰੱਖਣਾ ਇਸ ਦਾ। ਸਭ ਤੋਂ ਪਹਿਲਾਂ ਜਿਹੜਾ ਇਹ ਸਕੁਆਇਰ ਫੰਕਸ਼ਨ ਹੈ ਬਾਹਰ, ਉਹਦੇ ਤੇ ਅਸੀਂ ਪਾਵਰ ਰੂਲ ਲਗਾਉਣਾ ਹੈ, ਫਿਰ ਅੰਦਰ ਵਾਲੇ ਫੰਕਸ਼ਨ ਦਾ ਡੈਰੀਵੇਟਿਵ, ਫਿਰ ਆਰਗੂਮੈਂਟ ਦਾ ਡੈਰੀਵੇਟਿਵ। ਠੀਕ, ਇਸ ਤੋਂ ਬਾਅਦ ਹੁਣ ਸੈਕਿੰਡ ਟਰਮ ਦਾ ਡੈਰੀਵੇਟਿਵ ਜਿਹੜਾ ਤੁਸੀਂ ਦੇਖ ਸਕਦੇ ਹੋ cos xy ਹੈ ਨਾ, cos ਹੈ, cos ਦਾ ਪਹਿਲਾਂ ਡੈਰੀਵੇਟਿਵ ਹੋਏਗਾ, ਤਾਂ ਉਹ ਸਾਡੇ ਕੋਲ ਬਣ ਜਾਏਗਾ ਮਾਈਨਸ sin xy, ਮਾਈਨਸ sin xy। ਇਸ ਤੋਂ ਬਾਅਦ ਨਾਲ xy ਦਾ ਡੈਰੀਵੇਟਿਵ ਮਲਟੀਪਲਾਈ ਹੋਏਗਾ, xy ਦਾ ਡੈਰੀਵੇਟਿਵ ਸਾਡੇ ਕੋਲ ਕੀ ਆਏਗਾ, ਪ੍ਰੋਡਕਟ ਰੂਲ ਲੱਗੇਗਾ ਇੱਥੇ, x as it is dy/dx प्लस y एज इट इज नाल x का डेरिवेटिव 1 आ जाएगा। ठीक है, तो राइट हैंड साइड से साडे कोल पाई जिहड़ा कांस्टेंट है, कांस्टेंट का डेरिवेटिव साडे कोल की हो जाएगा 0 हो जाएगा। तो हुण इहदे चों आपां dy/dx ਦੀਆਂ टर्म्स ਜਿਹੜੀਆਂ ਉਹ ਦਿਖਣੀਆਂ ਨੇ, ਇਹ ਸਾਡੇ ਕੋਲ ਬਣਨਗੀਆਂ 2 sin y cos y ਨਾਲ ਆਏਗਾ ਸਾਡੇ ਕੋਲ ਮਾਈਨਸ sin xy into x dy/dx, और दूसरी साइड जी टर्म शिफ्ट होएगी वो बनेगी अपने कोल प्लस y into sin of xy। ये तुसी कर लेना, पहले sin xy ਨੂੰ अंदर मल्टीप्लाई करोगे। ठीक है, दो टर्म्स ਤੁਹਾਡੇ ਕੋਲ ਬਣਨਗੀਆਂ, ਇੱਕ ਸਟੈਪ ਤੁਸੀਂ ਇਨਕਰੀਜ਼ ਕਰ ਸਕਦੇ ਆ, ਉਸ ਤੋਂ ਬਾਅਦ ਇਹਦੇ ਵਿੱਚੋਂ ਕਾਮਨ ਇਵੇਂ ਲਿਆ ਜਾ ਸਕਦਾ ਹੈ। तो ਇਹਦੇ ਚੋਂ dy/dx ਦੀ ਵੈਲਿਊ ਜਿਹੜੀ ਉਹ ਸਾਡੇ ਕੋਲ ਕੀ ਬਣ ਜਾਏਗੀ, dy/dx ਇਕੁਅਲਸ ਟੂ न्यूमरेटर ਦੇ ਵਿੱਚ ਆਏਗਾ y sin xy, और डिनोमिनेटर ਸਾਡੇ ਕੋਲ ਬਣ ਜਾਏਗਾ, ਹਾਂਜੀ ਅੱਛਾ ਇਹ ਜਿਹੜਾ ਫਾਰਮੂਲਾ ਇਹ ਸਾਡੇ ਕੋਲ ਬਣਦਾ ਐਕਸਪ੍ਰੈਸ਼ਨ 2 sin y cos y, ਇਹ ਤਾਂ ਫਾਰਮੂਲਾ ਸਾਡੇ ਕੋਲ sin 2x ਦਾ, sin 2y ਦਾ ਫਾर्मूला, ये sin 2y आ जाएगा दी जगह पे। ठीक, और माइनस x इंटू sin xy। लो जी, ये साडे कोल 7th क्वेश्चन का डेरिवेटिव हो गया dy/dx। ठीक, इस तो बाद 8th क्वेश्चन है वो भी तुसी अपने आप कर सकते हो। ठीक है, और बाकी बुक दे विचों ਜਿਹੜੀ ਵੀ ਬੁੱਕ ਤੁਸੀਂ ਫੋਲੋ ਕਰ ਰਹੇ ਹੋ ਇਸ ਵੇਲੇ, ਉਹਦੇ ਵਿੱਚੋਂ ਇੰਪਲੀਸਿਟ ਫੰਕਸ਼ਨਸ ਦੇ ਡੈਰੀਵੇਟਿਵ ਜਿਹੜੇ ਉਹ ਜ਼ਰੂਰ ਕਰ ਲੈਣੇ ਆ, ਤੇ ਉਹਦੇ ਵਿੱਚ ਕੋਈ ਵੀ ਕਿਸੇ ਸਮੱਸਿਆ ਆਉਂਦੀ ਕਿਸੇ ਵੀ ਕੁਐਸਚਨ ਦੇ ਵਿੱਚ ਤਾਂ ਉਹ ਤੁਸੀਂ ਪੁੱਛ ਸਕਦੇ ਹੋ। ਠੀਕ ਹੈ, ਇਸ ਤੋਂ ਬਾਅਦ ਨੈਕਸਟ ਵੀਡੀਓ ਦੇ ਵਿੱਚ ਫਿਰ ਆਪਾਂ ਨੈਕਸਟ ਪ੍ਰੋਬਲਮਸ ਜਿਹੜੀਆਂ ਉਹ ਡਿਸਕਸ ਕਰਾਂਗੇ। ਥੈਂਕ ਯੂ।